पार जात एहो हर को नाम, काम तेन हर हर गुण गाम। सब ते उत्तम हर की कथा, नाम सुनत दर्द दुख लथा। नाम की महिमा संत रिद वसै, संत प्रताप दुरत सब नसै। संत का संग बड़ भागी पाइयै, संत की सेवा नाम ध्याइयै। नाम तुल कछ अबर ना होई, नानक गुरमुख नाम पावै जन कोय। श्री गुरु ग्रंथ साहिब जी दी पावन पवित्र हजूरी विच विराजमान गुरु रूप साध संगत जी फतेह प्रवान करनी। वाहिगुरु जी का खालसा, वाहिगुरु जी की फतेह। सतगुरु जी की बख्शिश होई है जो कि गुरु के पवित्र चरनां विच आपां नूं रल मिल के बैठण दा सुभाग समा प्राप्त होया। सो आओ रल मिल के इन्हां सुभागीआं घड़ियां दा लाहा प्राप्त करिए। सतगुरु जी की पावन गुरबाणी की विचारधारा नाल जुड़ के अपना जीवन सफल बनाइए। श्री गुरु ग्रंथ साहिब जी की लड़ीवार जो कथा चल रही है, अज सुखमनी साहिब की तीजी अष्टपदी है भाई। दो अष्टपदियां दी विचार पहला तुसी सुनी। अज पवित्र बाणी विच सतगुरु की बख्शिश करते ने, ये गुरु वचनां दी सांझ पाउनी है। सब संगत रसना सफल करो, उचारण करो जी सतनाम श्री वाहेगुरु। सलोक बहु शास्त्र बहु सिमरती, पेखे सर्ब टंडोल। सलोक दे विच सतगुरु जी बचन करते ने कि बहुत शास्त्रां नूं पढ़ के वेखिया, सिमरतियां नूं भी पढ़ के वेखिया, पेखे सर्ब टंडोल सारे ग्रंथां नूं भी पढ़िया ते विचार कीती है। भाल भाल के वेखिया ते नतीजा की निकलिया है। ऊजस नाही घर घरे, नानक नाम अमोल। शास्त्र भी पढ़े, सिमरतियां भी पढ़ियां, होर भी ग्रंथां दी खोज कीती। नतीजा यही निकलिया कि परमात्मा दे नाम दे बराबर होर कुछ भी नहीं पुज सकता। दुनिया भर दीयां कीमतां, दुनिया भर दे पदार्थ परमेश्वर दे नाम दे बराबर कोई भी नहीं है। अष्टपदी जाप ताप ज्ञान सब ध्यान, खट शास्त्र सिमरत वखियान। अष्टपदी तीजी है भाई। सतगुरु जी वचन करते ने, चाहे जाप कर, चाहे तप कर, चाहे सारियां ज्ञान दीयां गल्लां करी चल, चाहे ध्यान ला के बैठा रहे। खट शास्त्र, खट दा भाव है छे, भावें 6 शास्त्र 27 सिमरतियां नाल लैक्चर भी करदा रहे। पातशाह कहंदे
ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ। ਪਹਿਲਾਂ ਤਾਂ ਕਿਹਾ ਵੀ ਭਾਵੇਂ ਜਪ ਕਰ, ਤਪ ਕਰ, ਗਿਆਨ ਦੀਆਂ ਗੱਲਾਂ ਕਰ, ਧਿਆਨ ਲਾ ਲੈ, ਸ਼ਸਤਰ ਪੜ੍ਹ ਲੈ, ਲੈਕਚਰ ਕਰੀ ਚੱਲ। ਫਿਰ ਕਹਿੰਦੇ ਯੋਗ ਅਭਿਆਸ ਵੀ ਕਰ ਲੈ, ਕਰਮ ਧਰਮ ਦੀ ਕਿਰਿਆ ਕਰੀ ਚੱਲ, ਧਰਮ ਦੇ ਜਿੰਨੇ ਵੀ ਕਿਰਿਆ ਕਰਮ ਨੇ ਸਾਰੇ ਨਿਭਾਈ ਚੱਲ। ਸਗਲ ਤਿਆਗ, ਭਾਵੇਂ ਘਰ ਪਰਿਵਾਰ ਧੀਆਂ ਪੁੱਤਰ ਸੰਬੰਧੀਆਂ ਨੂੰ ਤਿਆਗ ਕੇ ਬਨ ਮਧੇ ਫਿਰਿਆ, ਜੰਗਲ ਵਿੱਚ ਵੀ ਫਿਰਦਾ ਰਹੀ। ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ। ਭਾਵੇਂ ਅਨੇਕਾਂ ਪ੍ਰਕਾਰ ਦੇ ਯਤਨ ਕਰ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਜਿੰਨੇ ਮਰਜੀ ਯਤਨ ਕਰੀ ਚੱਲ। ਪੁੰਨ ਦਾਨ ਕਰ ਲੈ, ਸੰਗਰਾਂਦ ਮੱਸਿਆ ਪੂਰਨਵਾਸ਼ੀ, ਇਹਨਾਂ ਸਮਿਆਂ ਵਿੱਚ ਦਾਨ ਪੁੰਨ ਵੀ ਕਰੀ ਚੱਲ। ਦੇਵਤਿਆਂ ਦੀ ਖੁਸ਼ੀ ਲੈਣ ਵਾਸਤੇ ਦੇਸੀ ਘਿਓ ਦੀਆਂ ਅਹੂਤੀਆਂ ਪਾਈ ਚੱਲ। ਅੱਗ ਦੇ ਸਮੇਂ ਅੱਗ ਵਿੱਚ ਹਵਨ ਕਰਾਈ ਚੱਲ। ਚਾਹੇ ਰਿਗਵੇਦ ਯੁਜੁਰ ਵੇਦ, ਜਿੰਨੇ ਮਰਜੀ ਵੇਦ ਪੜ੍ਹੀ ਚੱਲ। ਸਰੀਰ ਕਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਪਾਤੀ। ਸਰੀਰ ਕਟਾਏ ਹੋਮੈ ਕਰ ਰਾਤੀ, ਇਹ ਹੋਮੈ ਸ਼ਬਦ ਹੈ ਭਾਈ। ਸਤਿਗੁਰੂ ਜੀ ਕਹਿੰਦੇ ਰੱਤੀ ਰੱਤੀ ਕਰਕੇ ਭਾਵੇਂ ਸਰੀਰ ਨੂੰ ਵੀ ਕਟਾ ਦੇ, ਅੱਗ ਵਿੱਚ ਹਵਨ ਕਰਾਈ ਚੱਲ। ਬਹੁ ਪ੍ਰਕਾਰ ਦੇ ਵਰਤ ਰੱਖ ਕੇ ਆਪਣੇ ਨਿਯਮਾਂ ਨੂੰ ਵੀ ਪੂਰਾ ਕਰੀ ਚੱਲ। ਜਿੰਨੇ ਮਰਜੀ ਸਾਧਨ ਕਰ ਲੈ। ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਕਿੰਨੇ ਸਾਧਨ ਦੱਸੇ ਨੇ, ਇਹਨਾਂ ਸਾਰੇ ਸਾਧਨਾਂ ਨੂੰ ਕਰਕੇ ਵੀ ਮਹਾਰਾਜ ਕਹਿੰਦੇ ਇਹ ਨਾਮ ਦੇ ਬਰਾਬਰ ਨਹੀਂ ਪੁੱਜ ਸਕਦੇ। ਦੇਖੋ ਇੱਕ ਜੀਵ ਬੈਠਾ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਤੇ ਸੰਗਤ ਜੀ ਉਹ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਦੇ ਬਰਾਬਰ ਆ ਜਿੰਨੇ ਉੱਪਰਲੇ ਕਰਮ ਸਤਿਗੁਰੂ ਜੀ ਨੇ ਗਿਣੇ ਨੇ, ਇਹਨਾਂ ਚੋਂ ਕੋਈ ਵੀ ਨਹੀਂ ਪਹੁੰਚ ਸਕਦਾ। ਰੱਤੀ ਰੱਤੀ ਕਰਕੇ ਸਰੀਰ ਨੂੰ ਕਟਾ ਲੈ। ਹਵਨ ਕਰਨ ਦੇ ਸਮੇਂ ਆਪਣਾ ਸਰੀਰ ਹੀ ਕੱਟ ਕੇ ਪਾ ਦੇ, ਭਾਵੇਂ ਬਹੁ ਪ੍ਰਕਾਰ ਦੇ ਵਰਤ ਰੱਖੀ ਚੱਲ। ਨਿਯਮ ਕਰ ਲੈ, ਅਨੇਕ ਤਰ੍ਹਾਂ ਦੇ ਸਾਧਨ ਕਰ ਲੈ, ਪਰ ਸਤਿਗੁਰੂ ਜੀ ਕਹਿੰਦੇ ਭਾਈ ਨਾਮ ਦੇ ਬਰਾਬਰ ਇਹਨਾਂ ਚੋਂ ਇੱਕ ਵੀ ਨਹੀਂ ਪੁੱਜਦਾ। ਇੱਕ ਗੁਰਮੁਖ ਸੰਗਤ ਵਿੱਚ ਜਾ ਕੇ ਭਜਨ ਕਰਦਾ ਹੈ, ਘਰ ਵਿੱਚ ਬੈਠ ਕੇ ਭਜਨ ਕਰਦਾ ਹੈ, ਸਤਿਗੁਰੂ ਦਾ ਦਰਸ਼ਨ ਕਰਦਾ ਹੈ, ਉਹਦੇ ਬਰਾਬਰ ਆ ਜਿੰਨੇ ਉੱਤੇ ਕਰਮ ਗਿਣੇ ਨੇ ਸਤਿਗੁਰ ਕਹਿੰਦੇ ਇਹਨਾਂ ਚੋਂ ਕੋਈ ਵੀ ਨਹੀਂ ਪਹੁੰਚਦਾ। ਇਸ ਕਰਕੇ ਦਿਹਾੜੀ ਵਿੱਚ ਸਤ ਸੰਗਤ ਜਾ ਕੇ ਜ਼ਰੂਰ ਕਰਿਆ ਕਰ, ਗੁਰੂ ਦਾ ਦਰਸ਼ਨ ਕਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਇੱਕ ਵਾਰੀ ਜ਼ਰੂਰ ਸਤਿਗੁਰ ਦਾ ਦਰਸ਼ਨ ਕਰ, ਨਾਮ ਜਪ, ਭਜਨ ਕਰ। ਸਤਿਗੁਰੂ ਜੀ ਨੇ ਦੇਖੋ ਕਲਯੁਗ ਦਾ ਸਮਾਂ ਹੈ ਭਾਈ, ਇਹਦੇ ਵਿੱਚ ਬਚਨ ਕੀਤਾ ਹੈ ਅਬ ਕਲੂ ਆਇਓ ਰੇ ਇੱਕ ਨਾਮ ਬੋਵਹੁ ਬੋਵਹੁ ਅਨ ਰੁੱਤ ਨਾਹੀ ਨਾਹੀ। ਕਹਿੰਦੇ ਨਾਮ ਜਪਣ ਦੀ ਤਾਂ ਰੁੱਤ ਹੋਣਾ ਹੈ ਭਾਈ, ਸਮਾਂ ਹੁੰਦਾ ਨਾ ਹਰ ਚੀਜ਼ ਦਾ। ਹੁਣ ਨਾਮ ਜਪਣ ਦਾ ਵੇਲਾ ਹੈ, ਹੁਣ ਤਾਂ ਭਾਈ ਨਾਮ ਜਪ ਕੇ ਹੀ ਭਲਾ ਹੋਣਾ ਹੈ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ। ਭਾਵੇਂ ਚਰੰਜੀਵੀ ਹੋ ਕੇ 9 ਖੰਡਾਂ ਵਾਲੀ ਧਰਤੀ ਤੇ ਫਿਰਦਾ ਰਹਿ, ਜੋ ਵਰਿਖੀ ਹੋਇਆ ਹੈ ਉਹਦੇ ਹਿਸਾਬ ਨਾਲ ਧਰਤੀ ਦੇ 9 ਖੰਡ ਮੰਨੇ ਗਏ, ਜੋ ਵਰਿਖੀ ਦੇ ਹਿਸਾਬ ਨਾਲ। ਪਾਤਸ਼ਾਹ ਕਹਿੰਦੇ ਭਾਵੇਂ ਸਾਰੀ ਧਰਤੀ ਦਾ ਰਟਨ ਕਰਦਾ ਰਹਿ,
ਵੱਡਾ ਉਦਾਸੀ ਬਣ ਜਾ, ਮਹਾ ਉਦਾਸ, ਵੱਡਾ ਉਦਾਸੀ ਬਣ ਜਾ ਤੇ ਵੱਡਾ ਹੀ ਤਪੀਸਰ ਬਣ ਕੇ ਤਪ ਕਰ। ਉਦਾਸ ਰਹਿ, ਫਿਰਦਾ ਰਹਿ ਧਰਤੀ ਦੇ ਉੱਤੇ। ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਬ ਖੈਬਰ ਭੂਮਦਾਨ। ਚਾਹੇ ਅੱਗ ਵਿੱਚ ਬੈਠ ਕੇ ਆਪਣੇ ਪ੍ਰਾਣਾਂ ਨੂੰ ਹਵਨ ਕਰਾ ਦੇ। ਦੁਨੀਆ ਤਾਂ ਅੱਗ ਦੇ ਵਿੱਚ ਘਿਓ ਪਾਉਂਦੀ ਹੈ, ਸਮੱਗਰੀ ਪਾਉਂਦੀ ਹੈ। ਸਤਿਗੁਰ ਕਹਿੰਦੇ ਤੂੰ ਆਪਣੇ ਸਵਾਸ ਹੀ ਪਾ ਦੇ ਸਾਰੇ। ਭਾਵੇਂ ਕਨਕ, ਕਨਕ ਕਹੀਏ ਸੋਨਾ, ਕਨਕ ਅਸਵ, ਇਹਦਾ ਮਤਲਬ ਹੈ ਕਨਕ ਅਸਵ। ਅਸਵ ਨਾਮ ਘੋੜੇ ਦਾ ਭਾਈ। ਸਤਿਗੁਰੂ ਕਹਿੰਦੇ ਸਿਉਨੇ ਦੇ ਬਣਾ ਬਣਾ ਘੋੜੇ ਦਾਨ ਕਰੀ ਚੱਲ। ਕਿੱਡਾ ਦਾਨ ਹੈ। ਕਨਕ ਅਸਵ ਹੈਵਰ ਭੂਮ ਦਾਨ, ਚਾਹੇ ਸੋਨੇ ਦੇ ਬਣਾ ਕੇ ਘੋੜੇ ਦਾਨ ਕਰ ਲੈ, ਭੂਮੀ ਦਾਨ ਕਰ ਲੈ, ਇਹ ਤੇਰੇ ਦਾਨ ਨਾਮ ਦੇ ਬਰਾਬਰ ਨਹੀਂ ਪੁੱਜ ਸਕਣਗੇ। ਸੰਗਤ ਜੀ, ਸਤਿਗੁਰੂ ਮਹਾਰਾਜ ਕਹਿੰਦੇ ਹਨ, ਕੰਚਨ ਕੇ ਕੋਟ ਦਤ ਕਰੀ, ਬਹੁ ਹੈਵਰ ਗੈਵਰ ਦਾਨ, ਭੂਮ ਦਾਨ ਗਊਆ ਘਣੀ, ਭੀ ਅੰਤਰ ਗਰਭ ਗੁਮਾਨ। ਕਹਿੰਦੇ ਜਿੰਨੇ ਦਾਨ ਕਰੀ ਚੱਲ, ਜਿੰਨਾ ਚਿਰ ਤੇਰੇ ਮਨ ਚੋਂ ਗੁਮਾਨ ਨਹੀਂ ਜਾਂਦਾ, ਉਨਾ ਚਿਰ ਗੱਲ ਬਣਨੀ ਨਹੀਂ ਹੈ ਭਾਈ। ਇਹ ਪੰਕਤੀ ਜਿਹੜੀ ਆਪਾਂ ਪੜ੍ਹੀ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮ ਦਾਨ। ਕਹਿੰਦੇ ਚਾਹੇ ਅੱਗ ਵਿੱਚ ਬੈਠ ਕੇ ਪ੍ਰਾਨਾਂ ਨੂੰ ਹਵਨ ਚੜਾ ਦੇ, ਚਾਹੇ ਕਹਿੰਦੇ ਸੋਨੇ ਦੇ ਚੰਗੇ ਘੋੜੇ, ਖੁਰਸਾਨੀ ਘੋੜੇ ਦਾਨ ਕਰ ਦੇ। ਨਿਉਲੀ ਕਰਮ ਕਰੈ ਬਹੁ ਆਸਣ, ਜੈਨ ਮਾਰਗ ਸੰਜਮ ਅਤ ਸਾਧਨ। ਚਾਹੇ ਕਹਿੰਦੇ ਨਿਉਲੀ ਕਰਮ ਕਰਦਾ ਰਹਿ, ਨੇਤੀ ਧੋਤੀ ਆਦਿਕ ਕਰਮ ਕਰ, ਚਾਹੇ ਬਹੁਤੇ ਆਸਣ ਲਾਉਣੇ ਸਿੱਖ ਲੈ, ਚਾਹੇ ਜੈਨੀਆਂ ਦੇ ਮਾਰਗ ਅਪਣਾ ਲੈ। ਜੈਨੀ ਬਹੁਤਾ ਸੰਜਮ ਰੱਖਦੇ ਨੇ। ਜੈਨ ਮਾਰਗ ਸੰਜਮ ਅਤ ਸਾਧਨ। ਵੈਸੇ ਗੁਰਮੁਖੋ ਜਿਹੜਾ ਸੰਜਮ ਰੱਖਣਾ ਹੈ ਨਾ, ਇਹ ਵੀ ਇੱਕ ਕਲਾ ਹੈ। ਜਿਵੇਂ ਆਪਾਂ ਕਹਿੰਦੇ ਆ ਨਾ ਵੀ 16 ਕਲਾ ਸੰਪੂਰਨ, 14 ਕਲਾ ਸੰਪੂਰਨ, ਗੁਰੂ ਨਾਨਕ ਸਾਹਿਬ ਸਰਬ ਕਲਾ ਸੰਪੂਰਨ। ਸੰਜਮ ਰੱਖਣਾ, ਸਬਰ ਸੰਤੋਖ ਰੱਖਣਾ, ਇਹ ਵੀ ਇੱਕ ਕਲਾ ਹੈ 16 ਕਲਾ ਦੇ ਵਿੱਚੋਂ। ਸੰਗਤ ਜੀ, ਮਹਾਰਾਜ ਕਹਿੰਦੇ ਭਾਵੇਂ ਸੰਜਮ ਰੱਖੀ ਫਿਰ। ਜੈਨ ਮਾਰਗ ਵਾਲੇ ਉਹਨਾਂ ਦਾ ਧਰਮ ਅਪਣਾ ਲੈ, ਭਾਵੇਂ ਉਹ ਬਹੁਤੇ ਸੰਜਮ ਰੱਖਦੇ ਨੇ। ਮੂੰਹ ਤੇ ਵੀ ਪੱਟੀ ਰੱਖਣਗੇ ਵੀ ਹਵਾ ਰਾਹੀਂ ਸਾਡੇ ਅੰਦਰ ਜੀਵ ਨਾ ਚਲੇ ਜਾਣ। ਪੈਰਾਂ ਵਿੱਚ ਜੋੜਾ ਨਹੀਂ ਪਾਉਂਦੇ ਵੀ ਜੋੜੇ ਨਾਲ ਜੀਵ ਮਰ ਜਾਂਦੇ। ਬਹੁਤ ਪ੍ਰਕਾਰ ਦੇ ਗੁਰਮੁਖੋ ਉਹਨਾਂ ਦੇ ਸਾਧਨ ਹਨ। ਮਹਾਰਾਜ ਕਹਿੰਦੇ ਚਾਹੇ ਨਿਉਲੀ ਕਰਮ, ਨੇਤੀ ਧੋਤੀ ਦੇ ਕਰਮ ਕਰਦਾ ਰਹਿ, ਬਹੁਤ ਤਰ੍ਹਾਂ ਦੇ ਆਸਣ ਲਾਉਣੇ ਸਿੱਖ ਲੈ, ਤੇ ਭਾਵੇਂ ਜੈਨੀਆਂ ਦਾ ਮਾਰਗ ਅਪਣਾ ਕੇ ਸੰਜਮ ਤੇ ਸਾਧਨ ਕਰੀ ਚੱਲ। ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨਾ ਜਾਵੈ। ਨਿਮਖ ਨਿਮਖ ਕਰਕੇ, ਰੱਤੀ ਰੱਤੀ ਕੱਟ ਕੇ ਭਾਵੇਂ ਆਪਣੇ ਸਰੀਰ ਨੂੰ ਵੀ ਕਟਾ ਦੇ, ਤਾਂ ਵੀ ਤੇਰੇ ਮਨ ਵਿੱਚੋਂ ਹਉਮੈ ਦੀ ਮੈਲ ਨਹੀਂ ਜਾ ਸਕਦੀ। ਫਿਰ ਮਹਾਰਾਜ ਜਾਏਗੀ ਕਿਵੇਂ, ਉਹ ਵੀ ਪਾਤਸ਼ਾਹ ਅੱਗੇ ਭਾਈ ਦੱਸਣਗੇ। ਹਰ ਕੀ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ। ਪਾਤਸ਼ਾਹ ਕਹਿੰਦੇ ਜਿੰਨੇ ਕਰਮ ਦੱਸੇ ਨੇ, ਧਰਤੀ ਤੇ ਫਿਰਦਾ ਰਹਿ ਉਦਾਸ ਹੋ ਕੇ, ਅੱਗ ਵਿੱਚ ਆਪਣੇ ਆਪ ਦਾ ਹੀ ਹਵਨ ਕਰਾ ਦੇ, ਚੰਗੇ ਸਿਉਨੇ ਦੇ ਘੋੜੇ ਬਣਾ ਕੇ ਚੰਗੀ ਨਸਲ ਵਾਲੇ ਦਾਨ ਕਰ ਦੇ, ਨੇਤੀ ਧੋਤੀ ਦੇ ਕਰਮ ਕਰੀ ਚੱਲ, ਭਾਵੇਂ ਜੈਨੀਆਂ ਦੇ ਸੰਜਮ ਸਾਧਨ ਵਰਤ ਰੱਖੀ ਚੱਲ, ਭਾਵੇਂ ਸਰੀਰ ਨੂੰ ਕਟਾ ਦੇ। ਮਹਾਰਾਜ ਕਹਿੰਦੇ ਤਾਂ ਵੀ ਜਿਹੜਾ ਭਾਈ ਨਾਮ ਹੈ ਨਾ ਵਾਹਿਗੁਰੂ ਦਾ, ਇਹਦੇ ਬਰਾਬਰ ਇੱਕ ਵੀ ਨਹੀਂ ਇਹਨਾਂ ਵਿੱਚੋਂ। ਜਿੰਨੇ ਸਾਧਨ ਗਿਣੇ ਭਜਨ ਕਰਨ ਵਾਲੇ ਦੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਜਿਹੜੀ ਤੇਰੀ ਗਤੀ ਹੋਣੀ ਹੈ
ਉਹ ਤਾਂ ਗੁਰਮੁਖਾ ਨਾਮ ਜਪਣ ਦੇ ਨਾਲ ਹੀ ਹੋਣੀ ਹੈ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੇ ਘੁਟੈ। ਕਈਆਂ ਦਾ ਇਹ ਵਿਚਾਰ ਹੈ ਵੀ ਜੇ ਤੀਰਥ ਤੇ ਸਾਡੇ ਪ੍ਰਾਣ ਲੱਗ ਜਾਣ ਅਸੀਂ ਮੁਕਤ ਹੋ ਜਾਾਂਗੇ, ਪਰ ਸਤਿਗੁਰੂ ਅਰਜਨ ਦੇਵ ਮਹਾਰਾਜ ਵਚਨ ਕਰਦੇ ਨੇ, ਕਹਿੰਦੇ ਮਨ ਦੀ ਕਾਮਨਾ, ਕਾਮਨਾ ਕਹੀਏ ਇੱਛਾ, ਚਾਹੇ ਮਨ ਦੀ ਇੱਛਾ ਅਨੁਸਾਰ ਤੂੰ ਤੀਰਥਾਂ ਤੇ ਸਰੀਰ ਆਪਣਾ ਤਿਆਗ ਦੇ, ਛੁੱਟ ਜਾਵੇ ਤੇਰਾ ਸਰੀਰ, ਤੀਰਥ ਤੇ ਹੀ ਤੇਰਾ ਅੰਤ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਤਾਂ ਵੀ ਮਨ ਦੇ ਵਿੱਚੋਂ ਗੁਮਾਨ ਨਹੀਂ ਦੂਰ ਹੋਣਾ। ਹੰਕਾਰੀ ਪੁਰਸ਼ ਦੇ ਮਨ ਵਿੱਚੋਂ ਕਦੇ ਹੰਕਾਰ ਨਹੀਂ ਮਿਟਦਾ, ਸਗੋਂ ਦਾਨ ਪੁੰਨ ਕਰਕੇ ਵੀ ਦੁੱਗਣਾ ਹੰਕਾਰ ਕਰ ਲੈਂਦਾ। ਜਾਤੀ ਦਾ ਹੰਕਾਰ, ਵਿਦਿਆ ਦਾ ਹੰਕਾਰ ਇਹ ਮਨ ਵਿੱਚੋਂ ਜਾਂਦਾ ਨਹੀਂ ਹੈ। ਭਾਵੇਂ ਮਹਾਰਾਜ ਕਹਿੰਦੇ ਤੀਰਥ ਤੇ ਆਪਣਾ ਜੀਵਨ ਲੇਖੇ ਲਾ ਦੇ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੋਚ, ਸੋਚ ਕਹੀਏ ਪਵਿੱਤਰਤਾ, ਪਵਿੱਤਰਤਾ ਰੱਖ, ਜਿੰਨੇ ਸਾਧਨ ਪਵਿੱਤਰਤਾ ਦੇ ਸਾਰੇ ਨਿਭਾਈ ਚੱਲ। ਸਰੀਰ ਦੇ ਸੁੱਚਾ ਹੋਣ ਨਾਲ ਮਨ ਦੀ ਮੈਲ ਨਹੀਂ ਰਹਿਣੀ ਕਹਿੰਦੇ। ਉਹ ਮਨ ਦੀ ਮੈਲ ਹੈ ਜਿਹੜੀ ਇਹ ਸਰੀਰ ਨੂੰ ਧੋ ਕੇ ਨਹੀਂ ਦੂਰ ਹੋਣੀ, ਨਹੀਂ ਲੈਂਦੀ ਮਨ ਦੀ ਮੈਲ। ਪਾਪਾਂ ਦੀ ਮੈਲ ਜਿਹੜੀ ਮਨ ਨੂੰ ਲੱਗੀ ਹੈ ਭਾਈ, ਉਹ ਸਰੀਰ ਨੂੰ ਸੁੱਚਾ ਕਰਨ ਦੇ ਨਾਲ ਨਹੀਂ ਲੈਣੀ। ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਬਿਖਿਆ ਟਰੈ। ਇਸ ਸਰੀਰ ਨੂੰ ਕਸ਼ਟ ਦੇ ਕੇ ਚਾਹੇ ਬਹੁਤ ਸਾਧਨ ਕਰ ਲਵੇਂ, ਇਸ ਦੇਹੀ ਕੋ ਬਹੁ ਸਾਧਨਾ ਕਰੈ। ਸਰੀਰ ਨੂੰ ਸ਼ੁੱਧ ਕਰਨ ਲਈ ਜਿੰਨੇ ਮਰਜ਼ੀ ਕਸ਼ਟ ਦੇਈ ਚੱਲ, ਪਰ ਫਿਰ ਵੀ ਸਤਿਗੁਰੂ ਜੀ ਦਾ ਬਚਨ ਹੈ ਮਨ ਤੇ ਕਬਹੂ ਨਾ ਬਿਖਿਆ ਟਰੈ। ਜਿਹੜੇ ਵਿਸ਼ੇ ਵਿਕਾਰਾਂ ਦੀ ਮੈਲ ਹੈ ਇਹ ਮਨ ਨੂੰ ਲੱਗੀ ਹੈ, ਸਰੀਰ ਨੂੰ ਦੁੱਖ ਦੇ ਕੇ ਵਿਸ਼ੇ ਵਿਕਾਰਾਂ ਦੀ ਮੈਲ ਦੂਰ ਨਹੀਂ ਹੋਣੀ। ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਹਾਂ ਹੋਏ ਕਾਚੀ ਪੀਤ। ਜਲ ਧੋਵੈ, ਜਲ ਕਹੀਏ ਪਾਣੀ, ਮਹਾਰਾਜ ਕਹਿੰਦੇ ਪਾਣੀ ਦੇ ਨਾਲ ਇਸ ਦੇਹ ਨੂੰ ਧੋਂਦਾ ਰਹਿ। ਧੋਣਾ ਵੀ ਇੱਕ ਦੋ ਵਾਰੀ ਨਹੀਂ, ਅਨੀਤ, ਨਿਤ ਧੋ, ਅਨਿਤ। ਕਹਿੰਦੇ ਝੂਠੇ ਸਰੀਰ ਨੂੰ ਭਾਈ ਜਿੰਨਾ ਮਰਜੀ ਪਾਣੀ ਨਾਲ ਧੋਈ ਚੱਲ, ਪਰ ਯਾਦ ਰੱਖੀ ਸ਼ੁੱਧ ਕਹਾਂ ਹੋਏ ਕਾਚੀ ਭੀਤ। ਇਹ ਕਿੱਥੇ ਸ਼ੁੱਧ ਹੋ ਜੂ, ਕਿਉਂਕਿ ਇਹ ਤਾਂ ਕੱਚੇ ਰੇਤੇ ਦੀ ਕੰਧ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੱਕੀ ਕੋਈ ਥਾਂ ਹੋਵੇ, ਥੋੜਾ ਬਹੁਤਾ ਮੈਲਾ ਹੋ ਜੇ ਆਪਾਂ ਧੋ ਦਿਆਂਗੇ ਸ਼ੁੱਧ ਹੋ ਜੂ, ਪਰ ਕੱਚੀ ਕੰਧ ਨੂੰ ਜੇ ਧੋਵਾਂਗੇ ਮੈਲ ਨਹੀਂ ਲੈਣੀ, ਸਗੋਂ ਕੱਚਾ ਥਾਂ ਆਪ ਹੀ ਖੁਰਨ ਲੱਗ ਜਾਂਦਾ ਹੈ। ਇਹੀ ਹਾਲ ਸਾਡਾ। ਮਹਾਰਾਜ ਕਹਿੰਦੇ ਇਹ ਤਾਂ ਕੱਚੀ ਕੰਧ ਹੈ ਰੇਤੇ ਦੀ, ਇਹ ਬਾਹਰੋਂ ਸਰੀਰ ਧੋ ਕੇ ਅੰਦਰਲਾ ਸ਼ੁੱਧ ਨਹੀਂ ਹੋਣਾ ਭਾਈ। ਫਿਰ ਮਹਾਰਾਜ ਕਿਵੇਂ ਸਾਡਾ ਭਲਾ ਹੋਏਗਾ। ਕਿੰਨੇ ਸਾਧਨ ਦੱਸੇ, ਸਾਰੇ ਸਾਧਨ ਕਰਕੇ ਵੀ ਜਦੋਂ ਮਨ ਸੁੱਚਾ ਨਹੀਂ ਹੁੰਦਾ, ਫਿਰ ਕਿਵੇਂ ਇਹ ਸੁੱਚਾ ਹੋਵੇਗਾ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਾਤਤ ਬਹੁਮੂਚ। ਸਤਿਗੁਰੂ ਜੀ ਕਹਿੰਦੇ ਜੇ ਤੂੰ ਚਾਹੁੰਦਾ ਮੇਰਾ ਭਲਾ ਹੋ ਜੇ, ਮਨ ਵਿੱਚੋਂ ਹੰਕਾਰ ਨਿਕਲੇ, ਸੁੱਚਤਾ ਆਵੇ, ਤਾਂ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੀ ਮਹਿਮਾ ਉੱਚੀ ਹੈ। ਨਾਮ ਨਾਲ ਜੁੜ, ਨਾਮੀ ਪਰਮਾਤਮਾ ਦਾ ਨਾਮ ਜਪੇਗਾ, ਫਿਰ ਤੇਰੀ ਮਹਿਮਾ ਹੋਊ, ਤੇਰਾ ਮਨ ਵੀ ਸੁੱਚਾ ਹੋ ਜੂ। ਤੇ ਇਹ ਨਾਮ ਦੇ ਸਦਕੇ ਹੀ ਅਜਾਮਲ ਵਰਗੇ ਵੱਡੇ ਵੱਡੇ ਪਾਪੀ ਵੀ ਤਰ ਗਏ। ਨਾਨਕ ਨਾਮ ਉਧਰੇ ਪਤਤ ਬਹੁ ਮੂਚ। ਮੂਚ ਕਹੀਏ ਬੜੇ ਭਾਰੀ, ਬਹੁਤ ਵੱਡੇ ਪਾਪੀ ਸੀ ਅਜਾਮਲ ਵਰਗੇ, ਜਿਹੜੇ ਵਿਦਵਾਨ ਹੁੰਦੇ ਹੋਏ ਵੀ ਗਲਤ ਕਰਮ ਕਰਦੇ ਰਹੇ। ਉਹ ਨਾਮ ਜਪਣ ਕਰਕੇ ਉਹਨਾਂ ਦਾ ਵੀ ਭਾਈ ਭਲਾ ਹੋ ਗਿਆ। ਗੁਰਮੁਖੋ
ਕਿੱਡੀ ਵੱਡੀ ਨਾਮ ਦੀ ਮਹਿਮਾ ਦੱਸੀ ਹੈ। ਬਹੁਤ ਸਿਆਣਪ ਜਮ ਕਾ ਭਾਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ। ਪਾਤਸ਼ਾਹ ਕਹਿੰਦੇ ਬਹੁਤੀਆਂ ਸਿਆਣਪਾਂ ਵਰਤਣ ਨਾਲ ਵੀ ਜਮਾਂ ਦਾ ਭੈ ਦੂਰ ਨਹੀਂ ਹੁੰਦਾ। ਜਮਾਂ ਦਾ ਜਿਹੜਾ ਡਰ ਹੈ ਨਾ, 84 ਦਾ ਗੇੜਾ ਹੈ, ਇਹ ਕਹਿੰਦੇ ਜੇ ਕਹੇ ਵੀ ਕੱਲੀਆਂ ਚਤਰਾਈਆਂ ਵਰਤ ਕੇ, ਸਿਆਣਪਾਂ ਵਰਤ ਕੇ ਛੁੱਟ ਜਾਾਂਗੇ, ਮੁਕਤੀ ਹੋ ਜੂ, ਨਹੀਂ ਹੋਣੀ। ਕੱਲੀ ਸਿਆਣਪ ਵਰਤਣ ਨਾਲ ਜਮਾਂ ਦਾ ਡਰ ਦੂਰ ਨਹੀਂ ਹੁੰਦਾ। ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਕਹਿੰਦੇ ਜਿਹੜੀ ਮਨ ਨੂੰ ਤ੍ਰਿਸ਼ਨਾ ਹੈ ਨਾ, ਇਹਦੇ ਵੱਲੋਂ ਵੀ ਰੱਜ ਨਹੀਂ ਆਉਂਦਾ, ਚਾਹੇ ਜਿੰਨੇ ਮਰਜ਼ੀ ਯਤਨ ਕਰੀ ਚੱਲ। ਜੇ ਕੋਈ ਰੱਜਿਆ ਤਾਂ ਦੱਸੋ ਭਾਈ, ਮਨ ਨੂੰ ਰੱਜ ਨਹੀਂ ਆਇਆ, ਹੋਰ ਚਾਹੀਦੇ ਨੇ ਸੁੱਖ, ਹੋਰ ਚਾਹੀਦੇ ਨੇ ਸੁੱਖ। ਜਿੰਨੀ ਮਰਜ਼ੀ ਸਿਆਣਪ ਵਰਤੀ ਚੱਲ, ਮਨ ਦੀ ਦੁਨੀਆ ਵਿੱਚ ਇੱਕ ਵੀ ਨਹੀਂ ਚੱਲਦੀ। ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹ ਨਹੀਂ ਸਿਜੈ। ਅਨੇਕਾਂ ਭੇਖ ਧਾਰਨ ਕਰਨ ਨਾਲ ਵੀ ਜਿਹੜੀ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਹੈ, ਇਹ ਬੁਝਦੀ ਨਹੀਂ ਹੈ। ਕਰੋੜਾਂ ਯਤਨ ਕੀਤਿਆਂ ਵੀ ਪਰਲੋਕ ਦਰਗਾਹ ਵਿੱਚੋਂ ਛੁਟਕਾਰਾ ਨਹੀਂ ਹੋਣਾ। ਸਿੱਜੈ ਤੋਂ ਭਾਵ ਹੈ ਮੁਕਤੀ ਨਹੀਂ ਮਿਲਣੀ। ਮਹਾਰਾਜ ਕਹਿੰਦੇ ਕਰੋੜਾਂ ਉਪਾਅ ਕਰੀ ਚੱਲ, ਦਰਗਾਹ ਦੇ ਵਿੱਚ ਤੇਰਾ ਛੁਟਕਾਰਾ ਨਹੀਂ ਹੋਣਾ ਨਾਮ ਤੋਂ ਬਿਨਾ। ਛੂਟਸ ਨਾਹੀ ਊਬ ਪਿਆਲ, ਮੋਹ ਵਿਆਪਕ ਹੈ ਮਾਇਆ ਜਾਲ। ਛੂਟਸ ਨਾਹੀ ਊਬ ਪਿਆਲ, ਕਹਿੰਦੇ ਤੇਰਾ ਛੁਟਕਾਰਾ ਨਹੀਂ ਹੋਣਾ ਭਾਈ। ਊਬ ਕਹੀਏ ਉੱਚੇ, ਕਹਿੰਦੇ ਉੱਚੇ ਆਕਾਸ਼ ਵਿੱਚ ਤੇ ਨੀਵੇਂ ਪਤਾਲ ਵਿੱਚ। ਪਿਆਲ ਤੋਂ ਭਾਵ ਹੈ ਪਤਾਲ, ਕਹਿੰਦੇ ਭਾਵੇਂ ਤਾਂ ਆਕਾਸ਼ 'ਚ ਵਗ ਜਾ, ਭਾਵੇਂ ਪਤਾਲ ਵਿੱਚ ਚਲਾ ਜਾ, ਤੇਰਾ ਛੁਟਕਾਰਾ ਨਹੀਂ ਹੋਣਾ। ਇਹ ਜੀਵ ਹੈ ਜਿਹੜਾ ਮਾਇਆ ਦੇ ਮੋਹ ਰੂਪੀ ਜਾਲ ਵਿੱਚ ਫਸਿਆ। ਮੋਹ ਵਿਆਪ ਹੈ ਮਾਇਆ ਜਾਲ, ਮਾਇਆ ਦੇ ਮੋਹ ਵਿੱਚ ਫਸਣ ਕਰਕੇ ਜਮਾਂ ਦਾ ਜਾਲ ਪੈ ਗਿਆ ਇਹਦੇ ਉੱਤੇ। ਜਮਾਂ ਦਾ ਜਿਹੜਾ ਜਾਲ ਹੈ, ਮੋਹ ਦਾ ਜਾਲ ਹੈ, ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹੋਰ ਸਾਰੇ ਕਰਮਾਂ ਦੀ ਕਰਤੱਬਤਾ ਕਰਕੇ, ਕਰਤੂਤ ਕਹੀਏ ਕਰਤੱਬ। ਪਾਤਸ਼ਾਹ ਕਹਿੰਦੇ ਜਿੰਨੇ ਵੀ ਕਰਮ ਕਰ, ਕਰਤੱਬ ਕਰ ਲੈ, ਧਰਮ ਰਾਜਾ ਦੰਡ ਦਿੰਦਾ ਹੀ ਦਿੰਦਾ ਹੈ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਕਰਮਾਂ ਧਰਮਾਂ ਨੂੰ ਪਰਮਾਤਮਾ ਨੇ ਇੱਕ ਤਿਲ ਜਿੰਨਾ ਵੀ ਨਹੀਂ ਜਾਣਨਾ। ਧਰਮ ਰਾਜੇ ਨੇ ਉੱਥੇ, ਕਿਉਂਕਿ ਧਰਮ ਰਾਜਾ ਵੀ ਮਾਲਕ ਦੇ ਹੁਕਮ ਵਿੱਚ ਹੈ। ਧਰਮ ਰਾਏ ਨੂੰ ਹੁਕਮ ਹੈ ਵਹਿ ਸੱਚਾ ਧਰਮ ਵਿਚਾਰ। ਧਰਮ ਰਾਜੇ ਨੂੰ ਪ੍ਰਮਾਤਮਾ ਦਾ ਹੁਕਮ ਹੈ ਵੀ ਤੂੰ ਸੱਚਾ ਨਿਆਂ ਕਰਨਾ, ਧਰਮ ਦੀ ਵਿਚਾਰ ਸੱਚੀ ਕਰਨੀ ਹੈ। ਤੇ ਸਤਿਗੁਰੂ ਕਹਿੰਦੇ ਹੋਰ ਜਿਹੜੇ ਜਪ ਤਪ ਸਾਧਨ ਕਰਦਾ ਫਿਰਦਾ ਹੈ, ਬਾਕੀ ਜਿੰਨੇ ਧਰਮਾਂ ਦੇ ਸਾਧਨ ਕਰਮ ਹਨ ਭਾਈ, ਸਤਿਗੁਰੂ ਜੀ ਕਹਿੰਦੇ ਉਹਨਾਂ ਵਿੱਚੋਂ ਇੱਕ ਵੀ ਨਹੀਂ ਮੰਨਿਆ ਜਾਣਾ। ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਕੀਤੇ ਹੋਏ ਕਰਮਾਂ ਦਾ ਇੱਕ ਤਿਲ ਜਿੰਨਾ ਵੀ ਉੱਥੇ ਫਲ ਨਹੀਂ ਮੰਨੀਦਾ, ਤਿਲ ਜਿੰਨਾ ਵੀ। ਦੇਖੋ ਭਾਈ, ਕੋਈ ਜਲ ਧਾਰਾ ਕਰੇ, ਕੋਈ ਧੂਈਆਂ ਤਾਪੇ, ਕੋਈ ਭੁੱਖਾ ਤਿਹਾਇਆ ਜੰਗਲਾਂ ਵਿੱਚ ਫਿਰਦਾ ਰਵੇ, ਜੇ ਭਜਨ ਨਹੀਂ ਨਾ ਕਰਦਾ, ਕੱਲੇ ਵਿਖਾਵੇ ਨਾਲ ਗੱਲ ਨਹੀਂ ਬਣਦੀ। ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਕਹਿਣਾ ਹੈ ਕਿ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਇੱਕ ਤਿਲ ਮਾਤਰ ਵੀ ਮੰਨੇ ਨਹੀਂ ਜਾਣੇ। ਹਰ ਕਾ ਨਾਮ ਜਪਤ ਦੁਖ ਜਾਈ, ਨਾਨਕ ਬੋਲੇ ਸਹਿਜ ਸੁਭਾਈ। ਹਰੇਕ ਨੂੰ ਚਾਹੀਦਾ ਪਰਮਾਤਮਾ ਦਾ ਭਜਨ ਕਰੀਏ। ਨਾਮ ਜਪਣ ਦੇ ਨਾਲ ਭਾਈ ਦੁੱਖ ਚਲੇ ਜਾਂਦੇ ਨੇ। ਹਰ ਕਾ ਨਾਮ ਜਪਤ ਦੁੱਖ ਜਾਏ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਦੁੱਖ ਦੂਰ ਚਲੇ ਜਾਂਦੇ ਹਨ। ਸਤਿਗੁਰੂ ਜੀ ਫਰਮਾਉਂਦੇ ਨੇ, ਨਾਨਕ ਬੋਲੇ ਸਹਿਜ ਸੁਭਾਏ,
ਜੀਵ ਨੂੰ ਚਾਹੀਦਾ ਕਿ ਸਹਿਜ ਸੁਭਾਅ ਮਾਲਕ ਦਾ ਭਜਨ ਤਾਂ ਜ਼ਰੂਰ ਕਰੇ। ਸੁਤੇ ਸਿੱਧੀ ਪਰਮਾਤਮਾ ਦਾ ਨਾਮ ਜਪਦੇ ਰਹੋ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਸਤਿਗੁਰੂ ਜੀ ਕਹਿੰਦੇ ਧਰਮ ਅਰਥ ਕਾਮ ਮੋਖ। ਧਰਮ ਵੀ ਕਮਾਉਣਾ, ਕਾਰੋਬਾਰ ਵੀ ਚਾਹੀਦਾ, ਪਰਿਵਾਰ ਦਾ ਵਾਧਾ ਵੀ ਚਾਹੀਦਾ, ਮੁਕਤੀ ਵੀ ਚਾਹੀਦੀ ਹੈ। ਚਾਰੇ ਪਦਾਰਥ ਜੇ ਤੂੰ ਚਾਹੁੰਦਾ ਤਾਂ ਸੰਤ ਜਨਾਂ ਦੀ ਸੇਵਾ ਵਿੱਚ ਲੱਗ। ਸੰਤ ਜਨਾਂ ਦੀ ਸੇਵਾ ਵਿੱਚ ਲੱਗ, ਜਿਹੜੇ ਭਾਈ ਮਾਲਕ ਦੇ ਦਰ ਦੇ ਘਰ ਦੇ ਪੱਕੇ ਸੇਵਾਦਾਰ ਨੇ, ਭਜਨ ਕਰਨ ਵਾਲੇ, ਜਿਨ੍ਹਾਂ ਨੇ ਆਪਣਾ ਜੀਵਨ ਸਾਧਿਆ ਹੋਵੇ, ਉਹਨਾਂ ਦੀ ਸੇਵਾ ਵਿੱਚ ਲੱਗ। ਪਰਮਾਤਮਾ ਦਾ ਵੀ ਦਰਸ਼ਨ ਹੋ ਜਾਂਦਾ। ਜੇ ਕੋਈ ਦਰਗਾਹ ਦਾ ਵਿਚੋਲਾ ਬਣ ਜੇ ਗੁਰਮੁਖ, ਹੋ ਜਾਂਦੇ ਨੇ ਦੀਦਾਰ ਪਰਮਾਤਮਾ ਦੇ। ਤੇ ਸਤਿਗੁਰੂ ਮਹਾਰਾਜ ਇੱਕ ਗੱਲ ਜ਼ਰੂਰ ਕਹਿੰਦੇ ਨੇ, ਕਹਿੰਦੇ ਜਿਹੜਾ ਫਕੀਰ ਹੈ ਨਾ, ਨਿਤ ਜੀਵੇ ਨਿਤ ਮਰੇ ਫਕੀਰ। ਦੁਨੀਆ ਦੇ ਨਾਲ ਕਾਹਦਾ ਮੇਲਾ, ਦੁਨੀਆ ਖੋਟੀ ਖਰੇ ਫਕੀਰ। ਕਹਿੰਦੇ ਦੁਨੀਆ ਨਾਲ ਫਕੀਰਾਂ ਦਾ ਤਾਂ ਨਹੀਂ ਮੇਲ ਬਹਿੰਦਾ, ਕਿਉਂਕਿ ਦੁਨੀਆ ਖੋਟੀ ਹੈ ਤੇ ਫਕੀਰ ਖਰੇ ਹੁੰਦੇ ਨੇ ਭਾਈ। ਫਕੀਰ ਖਰੇ ਹੁੰਦੇ ਨੇ। ਕੋਈ ਮਿਲ ਜੇ ਰੱਬ ਦਾ ਪਿਆਰਾ, ਬਖਸ਼ਿਸ਼ ਹੋ ਜਾਂਦੀ ਹੈ ਭਾਈ। ਇਸੇ ਕਰਕੇ ਸਤਿਗੁਰੂ ਕਹਿੰਦੇ ਜੇ ਚਾਰ ਪਦਾਰਥ ਚਾਹੁੰਦਾ ਤਾਂ ਸਾਧੂ ਜਨਾਂ ਦੀ ਸੇਵਾ ਕਰਿਆ ਕਰ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋਈ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੈ, ਉਹਨੂੰ ਚਾਹੀਦਾ ਹੈ ਕਿ ਆਪਣੇ ਮਨ ਵਿੱਚੋਂ ਵਾਹਿਗੁਰੂ ਦਾ ਭਜਨ ਕਰੇ, ਪਰਮਾਤਮਾ ਦੇ ਗੁਣ ਗਾਵੇ। ਮਾਲਕ ਦੇ ਗੁਣ ਗਾਉਣ ਨਾਲ ਭਾਈ ਦੁੱਖ ਦੂਰ ਹੋ ਜਾਂਦਾ ਹੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਚੋਰੈ। ਕਹਿੰਦੇ ਜੇ ਕੋਈ ਪੁਰਸ਼ ਚਾਹੁੰਦਾ ਵੀ ਮੇਰੀ ਸੋਭਾ ਹੋਵੇ, ਤਾਂ ਕਹਿੰਦੇ ਉਹ ਭਾਈ ਹੰਕਾਰ ਤਿਆਗ ਦੇ, ਬਸ ਮਾਲਕ ਦੇ ਗੁਣ ਗਾਓ। ਜਿਹੜਾ ਗੁਰੂ ਨਾਨਕ ਦੇ ਗੀਤ ਗਾਉਂਦਾ ਹੈ ਨਾ, ਉਹ ਸਾਰੀ ਦੁਨੀਆ ਨੂੰ ਚੰਗਾ ਲੱਗਦਾ ਹੈ। ਤੂੰ ਮਾਲਕ ਦੇ ਗੁਣ ਗਾਇਆ ਕਰ। ਇਹ ਨਾ ਹੋਵੇ ਵੀ ਜੇ ਹੁਣ ਕੋਈ ਆਪਣੇ ਤੇ ਲਾ ਲਓ, ਕੋਈ ਕੀਰਤਨ ਕਰਦਾ, ਕੋਈ ਕਥਾ ਕਰਦਾ, ਚੰਦ ਪੈਸਿਆਂ ਦੀ ਖਾਤਰ ਜੇ ਉਹ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਕਰੇ, ਐਵੇਂ ਦੁਨੀਆਦਾਰੀ ਬੰਦਿਆਂ ਦੀ ਸੋਭਾ ਕਰੀ ਜਾਵੇ, ਫੇਰ ਨਹੀਂ ਗੱਲ ਬਣਨੀ। ਤੂੰ ਗੁਰੂ ਨਾਨਕ ਦੇ ਗੀਤ ਗਾਇਆ ਕਰ। ਗੁਰੂ ਨਾਨਕ ਦੇ ਗੀਤ ਗਾਉਣ ਵਾਲਾ ਸਾਰੀ ਦੁਨੀਆ ਨੂੰ ਚੰਗਾ ਲੱਗਦਾ ਹੈ। ਸੰਸਾਰ ਤੇਰਾ ਬਣੇਗਾ, ਦੁਨੀਆ 'ਚੋਂ ਪਿਆਰ ਮਿਲੇਗਾ, ਕਾਰੋਬਾਰ ਮਿਲੇਗਾ। ਸ਼ਰਧਾ ਨਾਲ ਗੁਣ ਗਾਇਆ ਕਰੀ। ਜਿੱਥੇ ਸੰਸਾਰ ਮਿਲਣਾ, ਪਿਆਰ ਮਿਲਣਾ, ਕਾਰੋਬਾਰ ਮਿਲਣਾ, ਯਾਦ ਰੱਖੀ ਇੱਕ ਦਿਨ ਨਿਰੰਕਾਰ ਵੀ ਮਿਲੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਗਾਵੇ ਕੋਈ ਗੁਰਮੁਖੋ, ਗਾਵੇ ਕੋਈ ਕੇਵਲ ਤੇ ਕੇਵਲ ਗੁਰੂ ਦੀ ਖੁਸ਼ੀ ਲਈ ਗੁਣ ਗਾਵੇ, ਉਹਨੂੰ ਸਾਰੀ ਦੁਨੀਆ ਚੰਗਾ ਮੰਨਦੀ ਹੈ। ਖਾਸ ਕਰਕੇ ਪੰਜਾਬੀ ਨੇ ਨਾ ਜਿਹੜੇ, ਇਹ ਗੁਰੂ ਨਾਨਕ ਦੇ ਬਹੁਤ ਆਸ਼ਕ ਨੇ ਗੁਰਮੁਖੋ। ਇਹ ਨਹੀਂ ਆਪਾਂ ਕਹਿ ਸਕਦੇ ਵੀ ਦੁਨੀਆ ਕਦਰ ਨਹੀਂ ਕਰਦੀ। ਕੋਈ ਪ੍ਰਭੂ ਦੀ ਬੰਦਗੀ ਕਰੇ, ਕੋਈ ਮਾਲਕ ਦੇ ਗੁਣ ਗਾਵੇ, ਸੱਚੇ ਮਨੋਂ ਗੁਰੂ ਦੀ ਸੋਭਾ ਕਰੇ, ਤਾਂ ਜਿੱਥੇ ਮਰਜੀ ਬੈਠਾ ਪੰਜਾਬੀ ਉਹਨੂੰ ਜ਼ਰੂਰ ਪਿਆਰ ਕਰਨਗੇ। ਕਿਉਂਕਿ ਗੁਰੂ ਨਾਨਕ ਦੀ ਗੱਲ ਤਾਂ ਸਾਰੀ ਦੁਨੀਆ ਨੇ ਮੰਨੀ ਹੈ ਵੀ ਚੰਗੀ ਹੈ। ਗੁਰੂ ਨਾਨਕ ਦੀ ਗੱਲ ਕਰਨ ਵਾਲਾ ਵੀ ਸਭ ਨੂੰ ਹੀ ਚੰਗਾ ਲੱਗਦਾ ਹੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸ਼ਰਣੀ ਪਰੈ। ਜੇ ਤੂੰ ਚਾਹੁੰਦਾ ਮੇਰੀ ਸੋਭਾ ਹੋਵੇ ਤਾਂ ਨਿਮਰਤਾ ਰੱਖਿਆ ਕਰ। ਅੱਗੇ ਮਹਾਰਾਜ ਕਹਿੰਦੇ ਜੇ ਕੋਈ ਜਨਮ ਮਰਨ ਤੋਂ ਡਰਦਾ ਹੈ ਨਾ, ਡਰਦਾ ਵੀ ਮੈਂ 84 ਦੇ ਗੇੜ ਵਿੱਚ ਨਾ ਪਵਾਂ, ਤਾਂ ਉਹ ਵੀ ਸਤਿਗੁਰ ਕਹਿੰਦੇ ਸੰਤ ਜਨਾਂ ਦੀ ਸ਼ਰਨ ਪੈ ਜੇ। ਵੈਸੇ ਡਰਦਾ ਪਤਾ ਕੌਣ ਹੈ? ਜੀ ਤੋਂ ਕਦੇ ਚੰਗਾ ਕੰਮ ਨਹੀਂ ਨਾ ਹੋਇਆ, ਉਹ ਡਰੇਗਾ। ਉਹ ਆਖੂਗਾ ਵੀ ਮਾੜੇ ਕਰਮ ਕੀਤੇ, ਦੁੱਖਾਂ 'ਚ ਹੀ ਜ਼ਿੰਦਗੀ ਲੰਘੀ, ਮੁੜ ਕੇ ਨਹੀਂ ਇਹ ਜ਼ਿੰਦਗੀ ਚਾਹੀਦੀ। ਪਰ ਕੁਛ ਐਸੇ ਵੀ ਹੋਏ ਜਿਨ੍ਹਾਂ ਨੇ ਧਰਮ ਕਮਾਇਆ। ਜਿਵੇਂ ਬਾਬਾ ਬੁੱਢਾ ਜੀ ਨੂੰ
ਇਹ ਮਾਣ ਮਿਲਿਆ ਵੀ 125 ਸਾਲ ਦੀ ਉਮਰ ਸੀ ਬਾਬਾ ਬੁੱਢਾ ਜੀ ਦੀ। 11 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲੇ ਸੀ। ਸਾਰੀ ਜ਼ਿੰਦਗੀ ਫਿਰ ਸੇਵਾ 'ਚ ਹੀ ਲਾਈ। 114 ਸਾਲ ਗੁਰੂ ਘਰ ਦੀ ਸੇਵਾ ਕੀਤੀ ਬਾਬਾ ਬੁੱਢਾ ਜੀ ਨੇ। ਤੇ ਸੰਗਤ ਜੀ 6 ਪਾਤਸ਼ਾਹੀਆਂ ਤੱਕ ਗੁਰਗੱਦੀ ਦਾ ਤਿਲਕ ਆਪ ਲਾਇਆ। 6ਵੇਂ ਪਾਤਸ਼ਾਹ ਨੂੰ ਵੀ ਗੁਰਗੱਦੀ ਦਾ ਤਿਲਕ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਦੇ ਕਹਿਣ ਮੁਤਾਬਕ 6ਵੇਂ ਪਾਤਸ਼ਾਹ ਨੂੰ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਾਇਆ। ਤੇ ਇਹ ਵੀ ਆਪ ਜੀ ਨੂੰ ਪਤਾ ਹੋਵੇ ਕਿ ਬਾਬਾ ਬੁੱਢਾ ਜੀ ਨੇ 8 ਉਹਨਾਂ ਸਰੀਰਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਨੂੰ ਗੁਰਗੱਦੀ ਮਿਲੀ। 8 ਗੁਰੂਆਂ ਦੇ ਦਰਸ਼ਨ। ਤਿਲਕ ਤਾਂ 6ਵੇਂ ਪਾਤਸ਼ਾਹ ਤੱਕ ਲਾਇਆ, ਪਰ ਜਦੋਂ ਬਾਬਾ ਬੁੱਢਾ ਜੀ ਦਾ ਚਲਾਣਾ ਹੋਇਆ ਉਦੋਂ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ ਵੀ ਹੋ ਚੁੱਕਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵੀ ਜਨਮ ਹੋ ਚੁੱਕਾ ਸੀ। 6ਵੇਂ ਪਾਤਸ਼ਾਹ ਦੇ ਪੁੱਤਰ ਸਨ। ਇਹਨਾਂ ਦੇ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ ਸਨ। ਜਦੋਂ ਅੰਤ ਸਮਾਂ ਆਇਆ 6ਵੇਂ ਪਾਤਸ਼ਾਹ ਨੇ ਪੁੱਛਿਆ, ਬਾਬਾ ਜੀ ਕੁਛ ਮੰਗੋ, ਬਹੁਤ ਤੁਸੀਂ ਸੇਵਾ ਕੀਤੀ, ਕੋਈ ਰਾਜ ਭਾਗ ਮੰਗੋ, ਕਹੋ ਤਾਂ ਮੁਕਤੀ ਦੇ ਦਈਏ। ਬਾਬਾ ਬੁੱਢਾ ਜੀ ਨੇ ਪਤਾ ਕੀ ਆਖਿਆ? ਕਹਿੰਦੇ ਜੀ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਕਹਿੰਦੇ ਨਾ ਤਾਂ ਮੈਨੂੰ ਰਾਜ ਹੀ ਚਾਹੀਦਾ ਹੈ, ਨਾ ਹੀ ਮੈਂ ਮੁਕਤੀ ਲੈਣੀ ਹੈ। ਮਹਾਰਾਜ ਜੇ ਦੇਣੀ ਹੈ ਇੱਕ ਚੀਜ਼ ਦਿਓ ਵੀ ਤੁਹਾਡੇ ਚਰਨਾਂ ਨਾਲ ਪ੍ਰੀਤ ਬਣੀ ਰਹੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਨਮ ਤਾਂ ਭਾਵੇਂ ਵਾਰ-ਵਾਰ ਮਿਲ ਜੇ, ਪਰ ਤੁਹਾਡਾ ਜਿਹੜਾ ਪਿਆਰ ਹੈ ਨਾ ਮਹਾਰਾਜ, ਤੁਹਾਡੇ ਘਰ ਦੀ ਪ੍ਰੀਤ, ਸੇਵਾ ਤੇਰੇ ਘਰ ਦੀ, ਇਹ ਇਸੇ ਤਰ੍ਹਾਂ ਹੀ ਮਿਲਦੀ ਰਹੇ। ਮੈਂ ਮੁਕਤੀ ਤੋਂ ਕੀ ਲੈਣਾ ਹੈ? ਦੇਖੋ ਗੁਰਮੁਖ ਜਨ ਤਾਂ ਜਨਮ ਮਰਨ ਦੇ ਚੱਕਰ 'ਚ ਪੈਂਦੇ ਹੀ ਨਹੀਂ। ਉਹ ਤਾਂ ਕਹਿੰਦੇ ਸਤਿਗੁਰੂ ਦੇ ਦਰਸ਼ਨ, ਗੁਰੂ ਚਰਨਾਂ ਵਿੱਚ ਪ੍ਰੀਤ ਨਿਵੇ ਸਾਡੀ। ਤੇ ਜਿਹੜੇ ਕੁਛ ਪੁਰਸ਼ ਮਨਮੁਖ ਨੇ, ਜਿਹੜੇ ਜਨਮ ਮਰਨ ਤੋਂ ਡਰਦੇ ਨੇ, ਪਾਤਸ਼ਾਹ ਕਹਿੰਦੇ ਜੇ ਕੋਈ ਡਰਦਾ ਵੀ ਹੈ ਨਾ, ਡਰਦਾ ਵੀ ਹੈ ਕੋਈ, ਤਾਂ ਉਹ ਸੰਤ ਜਨਾਂ ਦੀ ਸ਼ਰਨ ਪਵੇ। ਸੰਤ ਜਨ ਦੱਸਣਗੇ, ਸਤ ਸੰਗਤ ਦੱਸੇਗੀ, ਗੁਰੂ ਸਾਹਿਬ ਦੱਸਣਗੇ ਕਿ ਮੁਕਤੀ ਕਿਵੇਂ ਮਿਲਦੀ ਹੈ। ਪਾਤਸ਼ਾਹ ਕਹਿੰਦੇ ਹਨ ਭਾਈ, ਜੇ ਕੋਈ ਜਨਮ ਮਰਨ ਤੋਂ ਡਰਦਾ ਹੈ ਤਾਂ ਉਹ ਸਤ ਸੰਗਤ ਕਰਿਆ ਕਰੇ। ਜਿਸ ਜਨ ਕਾ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ। ਜਿਸ ਪੁਰਸ਼ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਆਸ ਹੈ ਨਾ, ਪਿਆਸ ਕਹੀਏ, ਸਿੱਕ, ਚਾਹ, ਇੱਛਾ ਮਨ ਦੀ ਕਿ ਮੈਨੂੰ ਪ੍ਰਭੂ ਦੇ ਦਰਸ਼ਨ ਹੋਣ, ਐਸਾ ਜਿਹੜਾ ਪੁਰਸ਼ ਹੈ, ਸਤਿਗੁਰੂ ਕਹਿੰਦੇ ਮੈਂ ਉਹ ਤੋਂ ਵਾਰੀ ਵਾਰੀ ਬਲਿਹਾਰ ਜਾਨਾ। ਪਹਿਲਾਂ ਤਾਂ ਦੱਸਿਆ ਨਾ ਵੀ ਜੇ ਚਾਹੀਦਾ, ਜੇ ਸੁੱਖ ਚਾਹੀਦੇ ਨੇ ਤਾਂ ਸੇਵਾ ਕਰਿਆ ਕਰ, ਦੁੱਖ ਦੂਰ ਕਰਨਾ ਚਾਹੁੰਦਾ ਤਾਂ ਨਾਮ ਜਪਿਆ ਕਰ, ਜੇ ਚਾਹੁੰਦਾ ਮੇਰਾ ਸਤਿਕਾਰ ਹੋਵੇ ਤਾਂ ਹਉਮੈ ਤਿਆਗ ਦੀ ਨਿਮਰਤਾ ਰੱਖਿਆ ਕਰ, ਜੇ ਜਨਮ ਮਰਨ ਤੋਂ ਡਰ ਆਉਂਦਾ ਹੈ ਤਾਂ ਸਾਧ ਜਨਾਂ ਦੀ ਸੇਵਾ ਕਰਿਆ ਕਰ, ਸ਼ਰਨੀ ਪਏ ਉਹਨਾਂ ਦੇ। ਇਹ ਤਾਂ ਤਰੀਕੇ ਦੱਸਤੇ ਵੀ ਜੇ ਤੈਨੂੰ ਆਹ ਚਾਹੀਦਾ ਤਾਂ ਇਸ ਤਰ੍ਹਾਂ ਕਰ ਲਈ। ਪਰ ਲਾਸਟ ਪੰਕਤੀ ਵਿੱਚ ਕਹਿੰਦੇ ਨੇ ਜਿਸ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਆਸ ਹੋਵੇ, ਮੈਂ ਪ੍ਰਭੂ ਦੇ ਦਰਸ਼ਨ ਕਰਨੇ ਨੇ, ਸਤਿਗੁਰ ਕਹਿੰਦੇ ਉਹ ਤੋਂ ਤਾਂ ਅਸੀਂ ਵੀ ਬਲਿਹਾਰ ਜਾਂਦੇ ਹਾਂ। ਪਰ ਹੋਏਗਾ ਕੋਈ ਵਿਰਲਈ, ਇਹ ਨਹੀਂ ਵੀ ਨਹੀਂ ਹੈ ਜ਼ਰੂਰ, ਪਰ ਬਹੁਤੇ ਨਹੀਂ, ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੋ ਸਕਦਾ ਭਾਈ, ਜਿਹਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਆਸ ਹੋਵੇ। ਤੇ ਸਤਿਗੁਰੂ ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ। ਜੀ ਤੋਂ ਸਤਿਗੁਰੂ ਬਲਿਹਾਰ ਜਾਂਦੇ ਹੋਣ, ਉੱਥੇ ਕਮੀ ਕਿਸ ਗੱਲ ਦੀ ਆਉਣੀ ਹੈ ਭਾਈ? ਇੱਛਾ ਪ੍ਰਭੂ ਦੇ ਦਰਸ਼ਨਾਂ ਦੀ ਰੱਖਣੀ ਚਾਹੀਦੀ ਹੈ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਪਾਤਸ਼ਾਹ ਕਹਿੰਦੇ ਦੁਨੀਆ ਦੇ ਵਿੱਚ ਪੁਰਸ਼ ਬੜੇ ਨੇ, ਪਰ ਸਭ ਦੇ ਵਿੱਚੋਂ ਉਹ ਪੁਰਖ ਮਹਾਨ ਹੈ, ਪ੍ਰਧਾਨ ਹੈ, ਮੁਖੀ ਹੈ, ਜਿਹੜਾ ਭਾਈ ਸਤ ਸੰਗਤ ਕਰਦਾ ਤੇ ਹੰਕਾਰ ਨੂੰ ਤਿਆਗਿਆ ਹੋਵੇ। ਉਹ ਪੁਰਸ਼ ਵੱਡਾ ਹੈ, ਉਹੀ ਮੁਖੀ ਹੈ, ਚੰਗਾ ਹੈ, ਭਾਗਾਂ ਵਾਲਾ ਹੈ, ਜਿਹੜਾ ਸਤ ਸੰਗਤ ਕਰੇ
ਤੇ ਆਪਣੀ ਹਉਮੈ ਨੂੰ ਤਿਆਗ ਦੇਵੇ। ਆਪਸ ਕਉ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਊਚਾ। ਜਿਹੜਾ ਪੁਰਸ਼ ਭਾਈ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ, ਨਿਮਰਤਾ ਰੱਖਦਾ ਹੈ, ਪਾਤਸ਼ਾਹ ਕਹਿੰਦੇ ਉਹ ਸਾਰਿਆਂ ਵਿੱਚੋਂ ਉੱਚਾ ਗਿਣਿਆ ਜਾਂਦਾ ਹੈ। ਬੱਚੇ ਪੜ੍ਹਾਈਆਂ ਕਰਦੇ ਨੇ, ਜਿਹੜਾ ਅੱਖਰ ਪੈਰ 'ਚ ਹੋਵੇ ਨਾ ਉਹ ਦੂਜੇ ਅੱਖਰਾਂ ਨਾਲੋਂ ਜੰਪ ਦੇ ਕੇ ਬੋਲੇਗਾ ਉੱਚਾ ਹੋ ਕੇ, ਕੁਦਰਤੀ ਗੱਲ ਹੈ। ਇਸੇ ਤਰ੍ਹਾਂ ਭਾਈ ਜਿਹੜਾ ਨਿਮਰਤਾ ਰੱਖਦਾ ਹੈ ਨਾ, ਨਿਮਰਤਾ ਨਾਲ ਚੱਲਦਾ ਹੈ, ਸਭ ਨੂੰ ਬਣਦਾ ਸਤਿਕਾਰ ਦਿੰਦਾ ਹੈ, ਪਾਤਸ਼ਾਹ ਕਹਿੰਦੇ ਉਹ ਪੁਰਸ਼ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਤੇ ਜਿਹੜਾ ਹੋਵੇ ਹੰਕਾਰੀ ਉਹਨੂੰ ਫਿਰ ਮਾਰ ਪੈਂਦੀ ਹੈ। ਅੜੇ ਸੋ ਝੜੇ ਸ਼ਰਨ ਪਵੇ ਸੋ ਤਰੇ। ਗੁਰੂ ਨਾਨਕ ਦੇ ਘਰ ਦੀ ਇਹ ਆਵਾਜ਼ ਹੈ ਭਾਈ। ਜੇ ਕੋਈ ਇੱਥੇ ਆਕੜ ਕਰਦਾ ਅੜਦਾ ਉਹ ਝੜ ਜਾਂਦਾ ਹੈ। ਤੇ ਨਿਮਰਤਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ। ਇਸ ਕਰਕੇ ਨਿਮਰਤਾ ਹੀ ਰੱਖਣੀ ਚੰਗੀ ਹੈ। ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ, ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਉਹ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਦਾ ਵਚਨ ਵੀ ਹੈ, ਨਾਨਕ ਨੀਵਾਂ ਜੋ ਚੱਲੈ ਲੱਗੈ ਨਾ ਤੱਤੀ ਵਾਓ। ਕਹਿੰਦੇ ਨੀਵਾਂ ਜਿਹੜਾ ਹੋ ਕੇ ਚੱਲਦਾ ਭਾਈ ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਕਹਿੰਦੇ ਨਦੀ ਵਗਦੀ ਸੀ ਬਹੁਤ ਵੱਡੀ, ਤੇ ਨਦੀ ਸਾਗਰ ਵਿੱਚ ਮਿਲਦੀ ਸੀ ਜਾ ਕੇ। ਇੱਕ ਵਾਰੀ ਸਮੁੰਦਰ ਨੇ ਪੁੱਛਿਆ ਵੀ ਨਦੀਏ ਤੂੰ ਬੜੇ ਦਰਖਤ ਲਿਆਉਣੀ ਐ ਪੱਟ ਕੇ, ਪਰ ਕਿਤੇ ਬਾਂਸ ਕਿਉਂ ਨਹੀਂ ਲਿਆਂਦਾ? ਤੂੰ ਵੱਡੇ ਵੱਡੇ ਦਰਖਤ ਪੱਟ ਕੇ ਲੈ ਆਉਣੀ ਐ, ਕਦੋਂ ਹੜ੍ਹ ਆਉਂਦੇ ਨੇ ਪਾਣੀ ਵੱਧਦਾ ਹੈ ਨਾ, ਬਹੁਤ ਦਰਖਤ ਪੱਟ ਲਿਆਉਣੀ ਐ, ਪਰ ਤੂੰ ਕਿਤੇ ਬਾਂਸ ਕਿਉਂ ਨਹੀਂ ਲਿਆਂਦਾ? ਉਹ ਨਦੀ ਦੱਸਦੀ ਐ, ਕਹਿੰਦੀ ਬਾਂਸ ਤਾਂ ਨਹੀਂ ਲਿਆਂਦਾ ਕਿਉਂਕਿ ਜਦੋਂ ਹੜ੍ਹ ਵਗਦੇ ਆ, ਹਨੇਰੀ ਚੱਲਦੀ ਐ, ਬਾਂਸ ਲੰਬਾ ਹੀ ਪੈ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਆਕੜ ਕੇ ਖਲੋਂਦੇ ਨੇ ਉਹ ਟੁੱਟ ਜਾਂਦੇ ਨੇ। ਦੇਖੋ ਬਾਂਸ ਵਿੱਚ ਜੇ ਔਗਣ ਹੈ ਤਾਂ ਗੁਣ ਵੀ ਹੈਗਾ ਭਾਈ। ਔਗਣ ਤਾਂ ਇਹ ਹੈ, ਕਹਿੰਦੇ ਬਾਂਸ ਉਹਨੂੰ ਉੱਚਾ ਹੋਣ ਦਾ ਮਾਣ ਹੈ। ਭਾਵੇਂ ਚੰਦਨ ਦੀਆਂ ਜੜ੍ਹਾਂ 'ਚ ਵੀ ਕਿਉਂ ਨਾ ਉੱਗੇ, ਉਹ ਚੰਦਨ ਤੋਂ ਸੁਗੰਧੀ ਨਹੀਂ ਲੈ ਸਕਦਾ। ਇਹ ਔਗਣ ਹੈ ਉਹਦਾ ਬਹੁਤ ਵੱਡਾ, ਪਰ ਗੁਣ ਵੀ ਹੈ। ਜਦੋਂ ਹਨੇਰੀ ਚੱਲਦੀ ਹੈ ਇੰਨਾ ਝੁਕ ਜਾਂਦਾ, ਕਹਿੰਦੇ ਕਈ ਵਾਰੀ ਧਰਤੀ ਨਾਲ ਵੀ ਲੱਗ ਜਾਂਦਾ ਆ ਕੇ, ਤਾਂ ਹੀ ਉਹ ਬਚਿਆ ਰਹਿੰਦਾ। ਭਾਵ ਇਹ ਹੈ ਕਿ ਜਦੋਂ ਕੋਈ ਐਸਾ ਵੈਸਾ ਸਮਾਂ ਬਣ ਜੇ ਭਾਈ, ਨਿਮਰਤਾ ਰੱਖਣੀ ਵੀ ਜ਼ਰੂਰੀ ਹੈ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਜਿਹਦਾ ਮਨ ਸਾਰਿਆਂ ਦੀ ਉਹੀ ਚਰਨ ਧੂੜ ਹੋ ਜੇ, ਹੋਣਾ ਵੈਸੇ ਬਹੁਤ ਔਖਾ ਹੈ। ਜਿਹਦਾ ਮਨ ਸਭ ਦੀ ਚਰਨ ਧੂੜੀ ਹੋ ਜੇ, ਸਤਿਗੁਰੂ ਕਹਿੰਦੇ ਇਹ ਸਮਝੋ ਉਹਨੇ ਸਾਰਿਆਂ ਵਿੱਚ ਘਟਾਂ ਘਟਾਂ ਵਿੱਚ ਪਰਮਾਤਮਾ ਨੂੰ ਜਾਣ ਲਿਆ। ਜਿਹੜਾ ਇਹ ਸਮਝਦਾ ਵੀ ਹਰ ਇੱਕ ਵਿੱਚ ਪਰਮੇਸ਼ਰ ਦਾ ਵਾਸਾ ਹੈ, ਉਹਦਾ ਮਨ ਭਾਈ ਨਿਮਰਤਾ ਵਿੱਚ ਆ ਜਾਵੇਗਾ ਤੇ ਸਭ ਦੀ ਉਹ ਚਰਨ ਧੂੜ ਬਣ ਜਾਵੇਗਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਸਤਿਗੁਰੂ ਜੀ ਕਹਿੰਦੇ ਆਪਣੇ ਮਨ ਵਿੱਚੋਂ ਬੁਰਾ ਭਾਵ ਮਿਟਾ ਦੇ। ਜਿਹੜਾ ਮਾੜਾ ਸੁਭਾਅ ਹੈ ਨਾ ਤੇਰਾ, ਇਹਨੂੰ ਮਿਟਾ ਦੇ ਭਾਈ। ਪੇਖੈ ਸਗਲ ਸ੍ਰਿਸ਼ਟ ਸਾਜਨਾ, ਸਾਰੀ ਸ੍ਰਿਸ਼ਟੀ ਨੂੰ ਆਪਣਾ ਸੱਜਣ ਕਰਕੇ ਵੇਖ। ਸ੍ਰਿਸ਼ਟੀ ਵਿੱਚ ਸਾਰਿਆਂ ਲੋਕਾਂ ਨੂੰ ਸੱਜਣ ਕਰਕੇ ਵੇਖ, ਕਿਉਂਕਿ ਸਭ ਦੇ ਅੰਦਰ ਪ੍ਰਮਾਤਮਾ ਦਾ ਵਾਸਾ ਹੈ। ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਜਿਹੜਾ ਪੁਰਸ਼ ਦੁੱਖ ਨੂੰ ਤੇ ਸੁੱਖ ਨੂੰ ਇਕਸਾਰ ਕਰਕੇ ਜਾਣਦਾ ਹੈ, ਸਮਦ੍ਰਿਸ਼ਟੀ ਨਾਲ ਵੇਖਦਾ ਹੈ, ਉਹਨੂੰ ਕਹਿੰਦੇ ਪਾਪ ਪੁੰਨ ਦਾ ਕੋਈ ਲੇਪ ਨਹੀਂ ਲੱਗਦਾ। ਆਪਾਂ ਨੂੰ ਤਾਂ ਪਾਪ ਪੁੰਨ ਲੱਗਦਾ ਹੈ, ਪਰ ਸਤਿਗੁਰੂ ਕਹਿੰਦੇ ਜਿਹੜਾ ਭਾਈ ਦੁੱਖ ਸੁੱਖ ਨੂੰ ਇੱਕ ਕਰਕੇ ਜਾਣਦਾ ਹੈ ਨਾ, ਉਹਨੂੰ ਪਾਪ ਪੁੰਨ ਨਹੀਂ ਲੱਗਦੇ। ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ। ਜਿਹੜਾ ਕੋਈ ਨਿਰਧਨ ਹੈ, ਕਾਰੋਬਾਰ ਨਾ ਚੱਲੇ, ਪੈਸਾ ਨਾ ਆਉਂਦਾ ਹੋਵੇ, ਕੰਮ ਨਾ ਚੱਲੇ,
ਉਹ ਨਾਮ ਜਪਣਾ ਸ਼ੁਰੂ ਕਰ ਦੇ, ਇਹ ਵੱਡਾ ਧਨ ਹੈ ਤੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਫਿਰ ਮੇਰੇ ਸਤਿਗੁਰੂ ਦੇ ਨਾਮ ਵਿੱਚ ਪਾਵਰ ਹੈ। ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ। ਜਿਹੜਾ ਪੁਰਸ਼ ਨਿਥਾਵੇਂ ਕਿਤੇ ਥਾਂ ਨਾ ਹੋਵੇ, ਉਹ ਨਾਮ ਜਪੇ, ਸਤਿਗੁਰੂ ਦੇ ਘਰ ਵਿੱਚ ਉਹਨੂੰ ਥਾਂ ਮਿਲ ਜਾਂਦੀ ਹੈ। ਨਿਥਾਵਿਆਂ ਦੀ ਥਾਂ ਸਤਿਗੁਰੂ ਦਾ ਨਾਮ ਬਣ ਜਾਂਦਾ ਹੈ। ਅੱਗੇ ਪਾਤਸ਼ਾਹ ਫੇਰ ਵਚਨ ਕਰਦੇ ਹਨ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵਹੁ ਦਾਨ। ਨਿਮਾਣੇ ਨੂੰ ਪਰਮਾਤਮਾ ਤੇਰਾ ਹੀ ਮਾਣ ਹੈ, ਸਾਡਾ ਜ਼ੋਰ ਕੋਈ ਨਹੀਂ। ਨਿਮਾਣੇ ਆ ਪਰ ਪਰਮਾਤਮਾ ਤੇਰਾ ਹੀ ਮਾਣ ਹੈ। ਜਿਹੜਾ ਸਤਿਗੁਰੂ ਦਾ ਬਣ ਜਾਵੇ, ਪ੍ਰਭੂ ਦਾ ਬਣ ਜੇ, ਪਰਮਾਤਮਾ ਨਿਮਾਣਿਆਂ ਦਾ ਮਾਣ ਬਣਦਾ ਭਾਈ। ਸਗਲ ਘਟਾ ਕਉ ਦੇਵਹੁ ਦਾਨ। ਪਾਤਸ਼ਾਹ ਨੇ ਆਪ ਸਾਰਿਆਂ ਨੂੰ ਸਰੀਰ ਰੂਪੀ ਦਾਨ ਦਿੱਤਾ, ਸਵਾਸ ਵੀ ਸਾਨੂੰ ਮਾਲਕ ਨੇ ਦਾਨ ਦਿੱਤੇ, ਤੇ ਇਸੇ ਕਰਕੇ ਸਾਨੂੰ ਚਾਹੀਦਾ ਭਾਈ ਉਸ ਪ੍ਰਭੂ ਦੇ ਉੱਤੇ ਭਰੋਸਾ ਕਰੀਏ। ਪਰਮਾਤਮਾ ਨਿਮਾਣਿਆਂ ਦਾ ਮਾਣ ਬਣਦਾ ਹੈ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਕਰਨ ਕਰਾਉਣ ਵਾਲੇ ਸਭ ਕੁਛ ਪਰਮਾਤਮਾ ਆਪ ਹਨ। ਉਹ ਘਟ ਘਟ ਦੀ ਜਾਣਦੇ ਨੇ, ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ। ਅੰਤਰਜਾਮੀ ਕਹੀਏ ਅੰਦਰ ਦੀ ਜਾਣਨ ਵਾਲਾ। ਆਪਣੀ ਗਤ ਮਿਤ ਜਾਣਹੁ ਆਪੀ, ਆਪਨ ਸੰਗ ਆਪ ਪ੍ਰਭ ਰਾਤੀ। ਆਪਣੀ ਗਤੀ ਆਪਣੀ ਮਰਿਆਦਾ हे ਪ੍ਰਭੂ ਜੀਓ ਤੁਸੀਂ ਆਪ ਹੀ ਜਾਣਦੇ ਹੋ। ਜਿਹੜੇ ਤੁਹਾਡੇ ਨਾਲ ਰੰਗੇ ਨੇ, ਜੁੜੇ ਹੋਏ ਨੇ, ਉਹਨਾਂ ਨੂੰ ਵੀ ਤੁਸੀਂ ਜਾਣਦੇ ਹੋ। ਤੁਹਾਡੇ ਵਰਗਾ ਦੂਜਾ ਹੋਰ ਕੋਈ ਨਹੀਂ। ਆਪਨ ਸੰਗ ਆਪ ਪ੍ਰਭ ਰਾਤੇ। ਜਿਹੜੇ ਰੰਗੇ ਨੇ ਤੇਰੇ ਨਾਲ ਮਾਲਕਾ, ਉਹ ਆਪ ਨਹੀਂ ਜੁੜੇ, ਤੈਹੀਂ ਕਿਰਪਾ ਕੀਤੀ। ਜਿੰਨੇ ਭਗਤ ਹੋਏ, ਸੰਤ ਜਨ ਪ੍ਰਭੂ ਦੇ ਪਿਆਰੇ ਹੋਏ, ਸਾਰੇ ਹੀ ਇਹ ਕਹਿੰਦੇ ਨੇ ਵੀ ਇਹ ਸਾਡੀ ਮਿਹਨਤ ਨਹੀਂ, ਵੀ ਪ੍ਰਭੂ ਮਿਲ ਗਿਆ, ਇਹ ਪ੍ਰਭੂ ਦੀ ਦਇਆ ਹੈ ਜੋ ਸਾਡੇ ਤੋਂ ਮਿਹਨਤ ਕਰਵਾ ਲਈ। ਪਰਮਾਤਮਾ ਨੇ ਦਰਸ਼ਨ ਬਖਸ਼ੇ ਹਨ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਏ। ਹੇ ਪ੍ਰਮਾਤਮਾ ਤੇਰੀ ਉਸਤਤ ਕਰਨੀ ਇਹ ਵੀ ਹਰੇਕ ਦੇ ਵੱਸ ਦੀ ਗੱਲ ਨਹੀਂ। ਤੇਰੀ ਉਸਤਤ ਤਾਂ ਤੂੰ ਆਪ ਹੀ ਕਰ ਸਕਦਾ, ਤੇਰੇ ਕੋਲ ਹੀ ਹੋ ਸਕਦੀ ਹੈ। ਨਾਨਕ ਅਵਰ ਨਾ ਜਾਣੈ ਕੋਏ। ਤੇਰੀ ਵਡਿਆਈ ਕਿਵੇਂ ਕਰਨੀ ਹੈ, ਕਿਵੇਂ ਤੇਰੀ ਸੇਵਾ ਕਰਨੀ ਹੈ, ਉਹ ਪ੍ਰਮਾਤਮਾ ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਜਾਣਦਾ। ਜਿਹਦੇ ਅੰਦਰ ਤੂੰ ਵਸ ਜੇ ਉਹੀ ਸੇਵਾ ਕਰਦੇ ਨੇ। ਭਾਵ ਤੇਰੀ ਸੇਵਾ ਤਾਂ ਤੂੰ ਆਪ ਹੀ ਕਰ ਸਕਦਾ ਹੈ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ, ਉੱਚਾ ਸੁੱਚਾ ਧਰਮ ਇੱਕੋ ਹੀ ਹੈ। ਉਹ ਧਰਮ ਕਿਹੜਾ ਹੈ? ਜਿਹੜਾ ਭਾਈ ਮਾਲਕ ਦਾ ਨਾਮ ਜਪੇ ਤੇ ਜਪਾਵੇ। ਜਿਹੜੇ ਧਰਮ ਵਿੱਚ ਪ੍ਰਭੂ ਦੇ ਨਾਮ ਜਪਣ ਦੀ ਗੱਲ ਹੁੰਦੀ ਹੈ ਨਾ, ਉਹ ਧਰਮ ਉੱਚਾ ਸੁੱਚਾ ਹੈ। ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਸਭ ਤੋਂ ਨਿਰਮਲ ਕਰਮ ਹੈ, ਚੰਗਾ ਕਰਮ ਹੈ, ਪਵਿੱਤਰ ਕਰਮ ਹੈ। ਸਗਲ ਕਿਰਿਆ ਮਹਿ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸੰਸਾਰ ਦੇ ਵਿੱਚ ਕਿਰਿਆ ਬੜੀ ਹੈ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਮਹਾਰਾਜ ਕਹਿੰਦੇ ਸਭ ਤੋਂ ਵੱਡੀ ਕਿਰਿਆ ਸਤ ਸੰਗਤ ਕਰਨੀ ਹੈ। ਕੋਈ ਦੇਖੋ ਕੋਈ ਕੰਮ ਕਰਦਾ, ਕੋਈ ਕੰਮ ਕਰਦਾ। ਸਭ ਤੋਂ ਚੰਗਾ ਕੰਮ ਹੈ ਭਾਈ ਸਤ ਸੰਗਤ ਕਰਨੀ। ਇਹਦੇ ਨਾਲ ਹੁੰਦਾ ਕੀ ਹੈ? ਸਾਧ ਸੰਗਤ ਕਰਨ ਦੇ ਨਾਲ ਦੁਰਮਤ ਮਲ ਹਿਰਿਆ। ਜਿਹੜੀ ਖੋਟੀ ਸਾਡੀ ਸੋਚ ਹੈ, ਖੋਟੀ ਸਿੱਖਿਆ, ਮਾੜੇ ਵਿਚਾਰ, ਇਹ ਭਾਈ ਦੂਰ ਹੋ ਜਾਂਦੇ ਹਨ। ਸਤਿਗੁਰੂ ਮਹਾਰਾਜ ਦੀ ਕਿਰਪਾ ਹੋਵੇ, ਸਾਰੇ ਸਤ ਸੰਗਤ ਕਰੀਏ। ਜਿਹੜੀ ਸਤ ਸੰਗਤ ਵਿੱਚੋਂ ਵਿਚਾਰ ਗੱਲਬਾਤ ਪ੍ਰਾਪਤ ਹੁੰਦੀ ਹੈ, ਇਹਨੂੰ ਭਾਈ ਮਨ ਵਿੱਚ ਵੀ ਵਸਾਇਆ ਕਰੋ, ਚੇਤੇ ਰੱਖਿਆ ਕਰੋ। ਸਗਲ ਉਦਮ ਮਹਿ ਉਦਮ ਭਲਾ,
ਹਰ ਕਾ ਨਾਮ ਜਪੋ ਜੀ ਸਦਾ। ਸਾਰੇ ਉਦਮਾਂ ਵਿੱਚੋਂ ਭਲਾ ਉਦਮ ਹੈ, ਚੰਗਾ ਉਪਰਾਲਾ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਣਾ ਹੈ। ਦੇਖੋ ਕਾਰੋਬਾਰ ਲਈ ਬਹੁਤ ਦੁਨੀਆ ਉਪਰਾਲੇ ਕਰਦੀ, ਆਪਣੀ ਸੋਭਾ ਕਰਾਉਣ ਲਈ ਦੁਨੀਆ ਕੀ ਕੁਛ ਕਰਦੀ ਹੈ। ਕਈ ਪ੍ਰਕਾਰ ਦੇ ਉਦਮ ਕੀਤੇ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਨਾਮ ਜਪਣਾ, ਸੇਵਾ ਕਰਨੀ, ਇਹ ਸਭ ਤੋਂ ਉੱਤਮ ਕਰਮ ਹੈ, ਭਲਾ ਉਦਮ ਹੈ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਣ ਰਸਨ ਬਖਾਨੀ। ਸਾਰੀਆਂ ਬਾਣੀਆਂ ਵਿੱਚੋਂ ਅੰਮ੍ਰਿਤਮਈ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ। ਚੰਗੇ ਬਚਨ ਨੇ ਜਿਹੜੇ ਗਿਆਨ ਦੇ ਬਚਨ, ਇਹ ਸਾਰੀਆਂ ਬਾਣੀਆਂ ਵਿੱਚੋਂ ਉੱਤਮ ਬਾਣੀ ਹੈ। ਕੰਨਾਂ ਦੇ ਨਾਲ ਮਹਾਰਾਜ ਦਾ ਜਸ ਸੁਣਨਾ ਤੇ ਰਸਨਾ ਦੇ ਨਾਲ ਬਿਆਨ ਕਰਨਾ। ਬਾਣੀ ਪੜ੍ਹਨੀ ਵੀ ਹੈ ਤੇ ਬਾਣੀ ਸੁਣਨੀ ਵੀ ਹੈ ਭਾਈ। ਪਾਤਸ਼ਾਹ ਕਹਿੰਦੇ ਇਹ ਅੰਮ੍ਰਿਤ ਰੂਪ ਬਾਣੀ ਸਭ ਤੋਂ ਉੱਤਮ ਹੈ। ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਸਾਰਿਆਂ ਥਾਵਾਂ ਵਿੱਚੋਂ, ਸਾਰੇ ਅਸਥਾਨਾਂ ਵਿੱਚੋਂ ਉੱਤਮ ਥਾਨ ਪਤਾ ਕਿਹੜਾ ਹੈ? ਚੰਗੀ ਥਾਂ ਕਿਹੜੀ ਹੈ? ਪਾਤਸ਼ਾਹ ਕਹਿੰਦੇ ਜਿੱਥੇ ਮਾਲਕ ਦਾ ਨਾਮ ਜਪਿਆ ਜਾਂਦਾ ਹੋਵੇ। ਹਿਰਦਾ ਕਹਿ ਲੋ, ਸਾਰੇ ਦੁਨੀਆ ਦੇ ਵਿੱਚੋਂ ਉਹ ਹਿਰਦਾ ਉੱਤਮ ਹੈ, ਚੰਗਾ ਹੈ, ਭਲਾ ਹੈ ਜਿਸ ਹਿਰਦੇ ਵਿੱਚ ਮਾਲਕ ਦਾ ਨਾਮ ਵਸਦਾ ਹੈ। ਭਾਵੇਂ ਕੋਈ ਜਗ੍ਹਾ ਹੈ, ਥਾਂ ਹੈ, ਭਾਵੇਂ ਕੋਈ ਸਰੀਰ ਹੈ, ਹਿਰਦਾ ਹੈ, ਜਿੱਥੇ ਮਾਲਕ ਦਾ ਨਾਮ ਵਸਦਾ ਭਾਈ, ਉਹ ਸਾਰਿਆਂ ਤੋਂ ਉੱਤਮ ਹੈ, ਚੰਗਾ ਹੈ, ਸਤਿਕਾਰਯੋਗ ਹੈ। ਆਹ ਗੁਰੂ ਘਰ ਜਿਹੜੇ ਬਣੇ, ਇਹਨਾਂ ਦਾ ਸਤਿਕਾਰ ਵੀ ਐਵੇਂ ਨਹੀਂ ਹੁੰਦਾ। ਇੱਥੇ ਨਾਮ ਜਪਿਆ ਜਾਂਦਾ ਤੇ ਜਪਾਇਆ ਜਾਂਦਾ। ਇਹ ਤਾਂ ਥਾਵਾਂ ਭਾਈ ਚੰਗੀਆਂ ਨੇ। ਸੋ ਇਹ ਤੀਜੀ ਅਸ਼ਟਪਦੀ ਸਤਿਗੁਰੂ ਦੀ ਕਿਰਪਾ ਨਾਲ ਸੰਪੂਰਨ ਹੋਈ ਹੈ। ਅਗਲੀ ਵਿਚਾਰ ਪਾਤਸ਼ਾਹ ਮਿਹਰ ਕਰਨ ਆਪਾਂ ਕੱਲ ਨੂੰ ਕਰਾਂਗੇ ਭਾਈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲ ਬੇਨਤੀ ਵੀ ਹੈ ਕਿ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ, ਜੋ ਬਚਨ ਗੁਰਬਾਣੀ ਵਿੱਚੋਂ ਸੁਣਦੇ ਆ ਇਹਨੂੰ ਯਾਦ ਰੱਖਿਆ ਕਰੋ। ਆਪਣੀ ਅਸਲੀ ਜੀਵਨ ਵਿੱਚ ਨਿਤ ਜਿਹੜੇ ਕਰਮ ਕਰਦੇ ਆ, ਗੁਰਮਤਿ ਅਨੁਸਾਰ ਕਰਮ ਕਰੀਏ। ਅਸਲੀ ਜੀਵਨ ਵਿੱਚ ਇਹ ਗੁਰੂ ਦੀ ਦੱਸੀ ਮਰਿਆਦਾ ਨੂੰ ਭਾਈ ਅਪਣਾਈਏ, ਲਾਗੂ ਕਰੀਏ। ਗੁਰਮਰਿਆਦਾ ਨੂੰ ਆਪਣੇ ਮੁਤਾਬਕ ਨਹੀਂ ਢਾਲਣਾ, ਗੁਰੂ ਮਰਿਆਦਾ ਅਨੁਸਾਰ ਆਪਣੇ ਆਪ ਨੂੰ ਢਾਲਣ ਦਾ ਯਤਨ ਕਰੀਏ, ਫਿਰ ਸਾਡਾ ਭਲਾ ਹੋਏਗਾ। ਸੋ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਸਾਰੇ ਰਲ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਜੀ। ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ